नमस्कार प्यारे विद्यार्थियों। मैं संजीव शर्मा, साइंस मास्टर, सरकारी मिडिल स्कूल फंगतोली, ਜ਼ਿਲ੍ਹਾ ਪਠਾਨਕੋਟ ਤੋਂ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਦੇ ਇਸ ਆਨਲਾਈਨ ਲੈਕਚਰ ਦੇ ਵਿੱਚ। ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਜਮਾਤ 8ਵੀਂ ਦੇ ਅਧਿਆਇ 2 ਦੇ ਬਾਰੇ, ਜਿਸ ਦਾ ਨਾਮ ਹੈ ਸੂਖਮ ਜੀਵ, ਮਿੱਤਰ ਅਤੇ ਦੁਸ਼ਮਣ। ਵਿਦਿਆਰਥੀਓ, ਹਰ ਪਾਠ ਦੇ ਕੁਝ ਉਦੇਸ਼ ਹੁੰਦੇ ਹਨ। ਇਸੇ ਤਰ੍ਹਾਂ ਹੀ ਇਸ ਪਾਠ ਦੇ ਵੀ ਕੁਝ ਉਦੇਸ਼ ਹਨ। ਜਦੋਂ ਅਸੀਂ ਇਸ ਪਾਠ ਨੂੰ ਪੂਰਾ ਪੜ੍ਹ ਲਵਾਂਗੇ ਤਾਂ ਜੋ ਸਕਰੀਨ ਦੇ ਉੱਤੇ ਕੁਝ ਪ੍ਰਸ਼ਨ ਦਿਖਾਈ ਦੇ ਰਹੇ ਹਨ ਜਾਂ ਕੁਝ ਲਿਖਿਆ ਹੈ, ਇਹਨਾਂ ਸਾਰੀਆਂ ਹੀ ਗੱਲਾਂ ਦੇ ਜਵਾਬ ਦੇਣ ਦੇ ਅਸੀਂ ਕਾਬਲ ਹੋ ਜਾਵਾਂਗੇ। ਜਿਵੇਂ ਕਿ ਪਹਿਲਾ ਹੈ ਕਿ ਸੂਖਮ ਜੀਵ ਕੀ ਹੁੰਦੇ ਹਨ। ਸਾਨੂੰ ਪਾਠ ਦੇ ਅੰਤ ਵਿੱਚ ਸਮਝ ਆ ਜਾਵੇਗਾ ਕਿ ਸੂਖਮ ਜੀਵ ਕੀ ਹੁੰਦੇ ਹਨ। ਦੂਸਰਾ ਸਾਡਾ ਉਦੇਸ਼ ਹੈ ਇਸ ਪਾਠ ਨੂੰ ਪੜ੍ਹਨ ਦਾ ਕਿ ਸੂਖਮ ਜੀਵਾਂ ਦੀਆਂ ਸ਼੍ਰੇਣੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਹਨ, ਭਾਵ ਇਹ ਕਿਹੜੇ-ਕਿਹੜੇ ਗਰੁੱਪਾਂ ਦੇ ਵਿੱਚ ਹੁੰਦੇ ਹਨ। ਤੀਸਰਾ ਉਦੇਸ਼ ਹੈ ਕਿ ਇਹ ਸੂਖਮ ਜੀਵ ਰਹਿੰਦੇ ਕਿੱਥੇ ਹਨ। ਜੇ ਬੇਟਾ ਸੂਖਮ ਜੀਵ ਹੁੰਦੇ ਹਨ, ਪੈਦਾ ਵੀ ਹੁੰਦੇ ਹਨ, ਤਾਂ ਕਿਤੇ ਨਾ ਕਿਤੇ ਰਹਿੰਦੇ ਵੀ ਹੋਣਗੇ ਨਾ। ਅਸੀਂ ਇਸ ਪਾਠ ਦੇ ਵਿੱਚ ਇਹ ਵੀ ਸਿੱਖਾਂਗੇ। ਇੱਕ ਹੋਰ ਗੱਲ ਸਿੱਖਾਂਗੇ ਕਿ ਸੂਖਮ ਜੀਵਾਂ ਦਾ ਮਨੁੱਖੀ ਜੀਵਨ ਤੇ ਕੋਈ ਪ੍ਰਭਾਵ ਹੈ ਕਿ ਨਹੀਂ ਹੈ। ਪਾਠ ਦਾ ਨਾਮ ਵੀ ਤਾਂ ਇਦਾਂ ਦਾ ਹੀ ਹੈ ਕਿ ਸੂਖਮ ਜੀਵ, ਮਿੱਤਰ ਜਾਂ ਦੁਸ਼ਮਣ। ਤਾਂ ਅਸੀਂ ਇਸ ਪਾਠ ਦੇ ਵਿੱਚ ਦੇਖਾਂਗੇ ਕਿ ਸੂਖਮ ਜੀਵ ਸਾਡੇ ਮਿੱਤਰ ਕਿਵੇਂ ਹਨ ਅਤੇ ਸਾਡੇ ਦੁਸ਼ਮਣ ਕਿਵੇਂ ਹਨ। ਇੱਕ ਹੋਰ ਚੀਜ਼ ਵੀ ਅਸੀਂ ਸਿੱਖਾਂਗੇ ਕਿ ਮਨੁੱਖਾਂ ਵਿੱਚ ਰੋਗ ਫੈਲਦੇ ਹਨ, ਤਾਂ ਕਿ ਉਹਨਾਂ ਰੋਗਾਂ ਦੇ ਫੈਲਣ ਦੇ ਵਿੱਚ ਸੂਖਮ ਜੀਵਾਂ ਦਾ ਵੀ ਕੋਈ ਯੋਗਦਾਨ ਹੈ ਜਾਂ ਨਹੀਂ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਦੇਖਿਆ ਹੋਵੇਗਾ ਕਿ ਆਮ ਤੌਰ ਤੇ ਭੋਜਨ ਖਰਾਬ ਹੋ ਜਾਂਦਾ ਹੈ। ਹੁਣ ਜਦੋਂ ਭੋਜਨ ਖਰਾਬ ਹੋ ਜਾਂਦਾ ਹੈ ਤਾਂ ਅਸੀਂ ਇਹਨੂੰ ਸੁੱਟ ਦਿੰਦੇ ਹਾਂ। ਤਾਂ ਅਸੀਂ ਇਸ ਪਾਠ ਦੇ ਅੰਤ ਵਿੱਚ ਇਹ ਦੇਖਾਂਗੇ ਕਿ ਕਿਆ ਭੋਜਨ ਦੇ ਖਰਾਬ ਹੋਣ ਦੇ ਵਿੱਚ ਸੂਖਮ ਜੀਵਾਂ ਦਾ ਕੋਈ ਹੱਥ ਹੈ ਕਿ ਨਹੀਂ। ਤੇ ਜੇ ਕੋਈ ਹੱਥ ਹੈ ਔਰ ਭੋਜਨ ਖਰਾਬ ਹੁੰਦਾ ਹੈ ਤਾਂ ਉਸ ਨੂੰ ਬਚਾਇਆ ਕਿਵੇਂ ਜਾ ਸਕਦਾ ਹੈ ਜਾਂ ਲੰਮੇ ਸਮੇਂ ਤੱਕ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇੱਕ ਹੋਰ ਉਦੇਸ਼ ਹੈ ਇਸ ਪਾਠ ਦੇ ਪੜ੍ਹਨ ਦਾ ਕਿ ਅਸੀਂ ਇਸ ਚੀਜ਼ ਦੇ ਕਾਬਲ ਹੋ ਜਾਈਏ ਕਿ ਕਿਆ ਖਾਦਾਂ ਤੋਂ ਇਲਾਵਾ ਵੀ ਕੋਈ ਐਸਾ ਤਰੀਕਾ ਹੈ ਜਿਹੜਾ ਸਾਡੀ ਭੂਮੀ ਦੀ ਜਾਂ ਧਰਤੀ ਦੀ ਜਾਂ ਮਿੱਟੀ ਦੀ ਉਪਜਾਊ ਸ਼ਕਤੀ ਵਧਾ ਸਕਦਾ ਹੋਵੇ। ਸੋ ਪਿਆਰੇ ਵਿਦਿਆਰਥੀਓ, ਪਾਠ ਦੇ ਅੰਤ ਦੇ ਵਿੱਚ ਅਸੀਂ ਇਹਨਾਂ ਸਾਰੀਆਂ ਹੀ ਗੱਲਾਂ ਦਾ ਜਵਾਬ ਦੇਣ ਦੇ ਕਾਬਲ ਹੋ ਜਾਵਾਂਗੇ। ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਿੱਖਾਂਗੇ ਕਿ ਸੂਖਮ ਜੀਵ ਹੁੰਦੇ ਕੀ ਹਨ, ਭਾਵ ਸੂਖਮ ਜੀਵ ਕਿਹਨਾਂ ਨੂੰ ਕਹਿੰਦੇ ਹਨ। ਵਿਦਿਆਰਥੀਓ, ਤੁਸੀਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਪੌਦੇ ਦੇਖੇ ਹੋਣਗੇ, ਜੰਤੂ ਵੀ ਦੇਖੇ ਹੋਣਗੇ। ਆਲਾ ਦੁਆਲਾ ਮਤਲਬ ਘਰ ਤੋਂ ਬਾਹਰ ਨਿਕਲੋ ਤਾਂ ਪੌਦੇ ਨਜ਼ਰ ਆਉਂਦੇ ਹਨ, ਜੰਤੂ ਵੀ ਨਜ਼ਰ ਆਉਂਦੇ ਹਨ। ਘਰ ਵੀ ਤੁਸੀਂ ਕੁਝ ਜੰਤੂ ਰੱਖੇ ਹੋਣਗੇ, ਪਰ ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੇ ਜੀਵ ਜੰਤੂ ਐਸੇ ਹਨ ਜਿਨ੍ਹਾਂ ਨੂੰ ਅਸੀਂ ਵੇਖ ਨਹੀਂ ਸਕਦੇ। ਹੁਣ ਇੱਥੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਤੁਹਾਡੀ ਨਜ਼ਰ ਦੇ ਵਿੱਚ ਨਹੀਂ ਆ ਰਿਹਾ ਉਹ ਤੁਹਾਨੂੰ ਨਹੀਂ ਦਿਖਾਈ ਦੇ ਰਹੇ। ਨਹੀਂ, ਕੁਝ ਇੱਕ ਐਸੇ ਜੀਵ ਜੰਤੂ ਹਨ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ। ਇਹਨਾਂ ਦਾ ਆਕਾਰ ਬਹੁਤ ਛੋਟਾ ਹੈ। ਇਹਨਾਂ ਨੂੰ ਸੂਖਮ ਜੀਵ ਕਿਹਾ ਜਾਂਦਾ ਹੈ। ਇਹ ਇੰਨੇ ਸੂਖਮ ਹੁੰਦੇ ਹਨ ਕਿ ਇਹਨਾਂ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ, ਭਾਵ ਇਹਨਾਂ ਨੂੰ ਦੇਖਣ ਦੇ ਲਈ ਕਿਸੇ ਇੰਸਟਰੂਮੈਂਟ ਦੀ ਜਾਂ ਆਪਰੇਟਰਸ ਦੀ ਜ਼ਰੂਰਤ ਪੈਂਦੀ ਹੈ। ਉਹ ਇੰਸਟਰੂਮੈਂਟ ਹੈ ਸੂਖਮਦਰਸ਼ੀ। ਤੁਸੀਂ 6ਵੀਂ ਕਲਾਸ ਜਾਂ 7ਵੀਂ ਕਲਾਸ ਦੇ ਵਿੱਚ ਵੀ ਤਾਂ ਵਰਤਿਆ ਹੈ, ਜਦੋਂ ਪਿਆਜ਼ ਦੀ ਝਿੱਲੀ ਦੀ ਸਲਾਈਡ ਬਣਾਈ ਸੀ। ਯਾਦ ਆਇਆ ਕੁਝ ਕਿ ਨਹੀਂ? ਉਸ ਨੂੰ ਸੂਖਮਦਰਸ਼ੀ ਕਿਹਾ ਜਾਂਦਾ ਹੈ।
ਇਸੇ ਕਾਰਨ ਹੀ ਇਹਨਾਂ ਜੀਵਾਂ ਨੂੰ ਸੂਖਮ ਜੀਵ ਕਿਹਾ ਜਾਂਦਾ ਹੈ, ਕਿਉਂਕਿ ਇਹ ਸਾਨੂੰ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਂਦੇ ਅਤੇ ਇਹਨਾਂ ਨੂੰ ਵੇਖਣ ਲਈ ਸੂਖਮਦਰਸ਼ੀ ਦੀ ਜ਼ਰੂਰਤ ਪੈਂਦੀ ਹੈ। ਪਰ ਹੁਣ ਪ੍ਰਸ਼ਨ ਪੈਦਾ ਹੋ ਗਿਆ ਇੱਕ ਨਵਾਂ, ਕਿਉਂਕਿ ਮੈਂ ਕੀ ਕਿਹਾ ਤੁਹਾਨੂੰ ਕਿ ਸੂਖਮ ਜੀਵਾਂ ਨੂੰ ਦੇਖਣ ਲਈ ਸੂਖਮਦਰਸ਼ੀ ਦੀ ਜ਼ਰੂਰਤ ਪੈਂਦੀ ਹੈ। ਪਰ ਪ੍ਰਸ਼ਨ ਇਹ ਪੈਦਾ ਹੋ ਗਿਆ ਕਿ ਕਿਸੇ ਸੂਖਮ ਜੀਵ ਨੂੰ ਸੂਖਮਦਰਸ਼ੀ ਤੋਂ ਬਗੈਰ ਵੀ ਵੇਖਿਆ ਜਾ ਸਕਦਾ ਹੈ ਕਿ ਨਹੀਂ। ਧਿਆਨ ਨਾਲ ਸੁਣੋ, ਪ੍ਰਸ਼ਨ ਇਹ ਹੈ ਕਿ ਕਿਸੇ ਸੂਖਮ ਜੀਵ ਨੂੰ ਸੂਖਮਦਰਸ਼ੀ ਤੋਂ ਬਗੈਰ ਵੀ ਵੇਖਿਆ ਜਾ ਸਕਦਾ ਹੈ ਜਾਂ ਨਹੀਂ। ਤੁਸੀਂ ਸੋਚੋ, ਆਪਣਾ ਦਿਮਾਗ ਲਗਾਓ, ਧਿਆਨ ਨਾਲ ਸੋਚੋ। ਐਸੇ ਸੂਖਮ ਜੀਵ ਸ਼ਾਇਦ ਤੁਸੀਂ ਦੇਖੇ ਵੀ ਹਨ, ਪਰ ਅੱਜ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਆ ਰਹੇ। ਹੋ ਸਕਦਾ ਹੈ ਕੁਝ ਵਿਦਿਆਰਥੀਆਂ ਦੇ ਦਿਮਾਗ ਦੇ ਵਿੱਚ ਵੀ ਆ ਰਹੇ ਹੋਣ। ਅਗਲੀ ਸਲਾਈਡ ਦੇ ਵਿੱਚ ਅਸੀਂ ਸਕਰੀਨ ਦੇ ਉੱਤੇ ਜੋ ਚੀਜ਼ ਦੇਖਾਂਗੇ, ਉਸ ਨੂੰ ਦੇਖਦੇ ਸਾਰੀ ਹੀ ਤੁਹਾਡੇ ਦਿਮਾਗ ਦੇ ਵਿੱਚ ਆ ਜਾਣਾ ਹੈ ਕਿ ਅਸੀਂ ਤਾਂ ਇਸ ਨੂੰ ਪਤਾ ਨਹੀਂ ਕਿੰਨੀ ਵਾਰੀ ਵੇਖਿਆ ਹੈ। ਲੱਗਦਾ ਹੈ ਤੁਸੀਂ ਸੋਚ ਲਿਆ ਹੈ, ਤੇ ਚਲੋ ਅਗਲੀ ਸਲਾਈਡ ਤੇ ਚੱਲਦੇ ਹਾਂ। ਇਸ ਚਿੱਤਰ ਨੂੰ ਦੇਖ ਕੇ ਹੈਰਾਨ ਹੋ ਗਏ ਨਾ ਤੁਸੀਂ? ਕਿੰਨੇ ਪਹਿਚਾਣਿਆ ਇਹਨੂੰ? ਬਿਲਕੁਲ ਠੀਕ, ਇਹ ਬ੍ਰੈਡ ਦਾ ਹੀ ਚਿੱਤਰ ਹੈ। ਬ੍ਰੈਡ ਭਾਵ ਡਬਲ ਰੋਟੀ ਦਾ। ਬਰਸਾਤਾਂ ਦੇ ਦਿਨਾਂ ਦੇ ਵਿੱਚ ਆਮ ਤੌਰ ਤੇ ਇਸ ਤਰ੍ਹਾਂ ਦਾ ਹੋ ਜਾਂਦਾ ਹੈ। ਤੁਸੀਂ ਬ੍ਰੈਡ ਖਾਧੀ ਨਹੀਂ, ਕਿਤੇ ਸਿੱਲੀ ਥਾਂ ਤੇ ਪਈ ਰਹੀ, ਤੇ 2-3 ਦਿਨਾਂ ਬਾਅਦ ਦੇਖਿਆ ਤਾਂ ਉਹਨਾਂ ਦੇ ਉੱਤੇ ਹਲਕੇ ਭੂਰੇ ਜਿਹੇ ਰੰਗ ਦੇ ਧੱਬੇ ਆ ਗਏ, ਕੁਝ ਪਦਾਰਥ ਜੰਮ ਗਿਆ। ਜੇ ਇਹਨਾਂ ਨੂੰ ਵੱਡਦਰਸ਼ੀ ਲੈਂਸ ਦੇ ਨਾਲ ਧਿਆਨ ਨਾਲ ਦੇਖੋਗੇ ਤਾਂ ਪਤਾ ਲੱਗੇਗਾ ਕਿ ਇਹ ਤਾਂ ਕੋਈ ਧਾਗੇ ਵਰਗੀਆਂ ਜਾਂ ਰੂੰ ਵਰਗੀਆਂ ਰਚਨਾਵਾਂ ਹਨ। ਤੁਹਾਡੀ ਮਾਤਾ ਜੀ ਨੇ ਅਚਾਰ ਪਾਇਆ ਤੇ ਬਰਸਾਤਾਂ ਦੇ ਵਿੱਚ ਨਮੀ ਦੇ ਕਾਰਨ ਉਹ ਵੀ ਖਰਾਬ ਹੋ ਗਿਆ, ਚਿੱਟਾ ਜਿਹਾ ਪਦਾਰਥ ਜੰਮ ਗਿਆ। ਇਹ ਸਭ ਸੂਖਮ ਜੀਵਾਂ ਦੇ ਵਾਧੇ ਦੇ ਕਾਰਨ ਹੁੰਦਾ ਹੈ। ਇੱਕ ਹੋਰ ਪਦਾਰਥ ਦਾ ਹੀ ਦੇਖਾਂਗੇ, ਫਲ ਹੈ, ਉਹ ਵੀ ਤੁਸੀਂ ਬਹੁਤ ਵਾਰੀ ਦੇਖਿਆ ਹੋਵੇਗਾ। ਉਸ ਦੇ ਉੱਤੇ ਵੀ ਸੂਖਮ ਜੀਵ ਕਿਵੇਂ ਆ ਜਾਂਦੇ ਹਨ ਜਾਂ ਉੱਲੀ ਕਿਵੇਂ ਲੱਗ ਜਾਂਦੀ ਹੈ, ਇਹ ਦੇਖਾਂਗੇ। ਪਿਆਰੇ ਵਿਦਿਆਰਥੀਓ, ਇਹ ਜੋ ਫਲ ਤੁਹਾਨੂੰ ਆਪਣੀ ਸਕਰੀਨ ਤੇ ਦਿਖਾਈ ਦੇ ਰਿਹਾ ਹੋਵੇਗਾ, ਕਈਆਂ ਵਿਦਿਆਰਥੀਆਂ ਨੂੰ ਇਸ ਦਾ ਨਾਮ ਪਤਾ ਹੋਵੇਗਾ। ਇਹ ਸਟ੍ਰਾਬੇਰੀ ਹੈ। ਇਸ ਦੇ ਉੱਤੇ ਵੀ ਜੋ ਤੁਸੀਂ ਸਫੇਦ ਪਦਾਰਥ ਦੇਖ ਰਹੇ ਹੋ, ਇਹ ਵੀ ਉੱਲੀ ਹੈ। ਇਹ ਪਦਾਰਥ ਆਮ ਤੌਰ ਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਫਲਾਂ ਤੇ ਲੱਗ ਜਾਂਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਸੂਖਮ ਜੀਵਾਂ ਦਾ ਵਾਧਾ ਖਾਣ ਵਾਲੇ ਪਦਾਰਥਾਂ ਦੇ ਉੱਤੇ ਬਰਸਾਤਾਂ ਵਾਲੇ ਦਿਨਾਂ ਦੇ ਵਿੱਚ ਜ਼ਿਆਦਾ ਹੁੰਦਾ ਹੈ, ਕਿਉਂਕਿ ਇਹਨਾਂ ਦੇ ਉੱਤੇ ਸੀਲਨ ਆ ਜਾਂਦੀ ਹੈ। ਹੁਣ ਮੇਰਾ ਇੱਕ ਪ੍ਰਸ਼ਨ ਹੈ ਜਿਹੜਾ ਕਿ ਤੁਸੀਂ ਆਪਸ ਦੇ ਵਿੱਚ ਡਿਸਕਸ ਕਰਨਾ ਹੈ, ਉਹ ਇਹ ਹੈ ਕਿ ਕਿਆ ਉਹਨਾਂ ਪਦਾਰਥਾਂ ਨੂੰ, ਭੋਜਨ ਪਦਾਰਥਾਂ ਨੂੰ ਖਾਧਾ ਜਾ ਸਕਦਾ ਹੈ ਜਿਨ੍ਹਾਂ ਦੇ ਉੱਤੇ ਉੱਲੀ ਜੰਮੀ ਹੋਵੇ? ਮੇਰਾ ਪ੍ਰਸ਼ਨ ਦਿਮਾਗ ਨਾਲ ਸੋਚਣਾ ਹੈ। ਮੈਂ ਦੁਹਰਾ ਰਿਹਾ ਹਾਂ ਕਿ ਕਿਆ ਐਸੇ ਭੋਜਨ ਪਦਾਰਥਾਂ ਨੂੰ ਖਾਧਾ ਜਾ ਸਕਦਾ ਹੈ ਜਿਨ੍ਹਾਂ ਦੇ ਉੱਤੇ ਉੱਲੀ ਜੰਮੀ ਹੋਵੇ? ਪਿਆਰੇ ਵਿਦਿਆਰਥੀਓ, ਹੁਣ ਜਿਸ ਦੇ ਬਾਰੇ ਅਸੀਂ ਗੱਲ ਕਰਾਂਗੇ ਉਹ ਹੈ ਸੂਖਮ ਜੀਵਾਂ ਦੇ ਗਰੁੱਪ, ਭਾਵ ਇਹਨਾਂ ਨੂੰ ਕਿਹੜੇ ਗਰੁੱਪਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਸੂਖਮ ਜੀਵਾਂ ਨੂੰ ਮੁੱਖ ਤੌਰ ਤੇ 4 ਗਰੁੱਪਾਂ 'ਚ ਵੰਡਿਆ ਜਾ ਸਕਦਾ ਹੈ। ਤੁਸੀਂ ਸਕਰੀਨ ਦੇ ਉੱਤੇ ਕੁਝ ਚਿੱਤਰ ਵੀ ਦੇਖ ਰਹੇ ਹੋਵੋਗੇ। ਇੱਕ ਹੈ ਜੀਵਾਣੂ, ਦੂਸਰੇ ਹਨ ਉੱਲੀਆਂ, ਜਿਨ੍ਹਾਂ ਦੇ ਬਾਰੇ ਹੁਣੀ ਗੱਲ ਕੀਤੀ ਅਸੀਂ ਕਿ ਬ੍ਰੈਡ ਜਾਂ ਫਲਾਂ ਦੇ ਉੱਤੇ ਜੰਮ ਗਈਆਂ। ਤੀਸਰੀ ਕੈਟੇਗਰੀ ਹੈ ਗਰੁੱਪ ਦੀ ਪ੍ਰੋਟੋਜੋਆ। ਇੱਕ ਹੋਰ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਕਾਈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਸੂਖਮ ਜੀਵਾਂ ਨੂੰ 4 ਮੁੱਖ ਗਰੁੱਪਾਂ ਵਿੱਚ ਵੰਡਿਆ ਜਾ ਸਕਦਾ ਹੈ: ਜੀਵਾਣੂ, ਉੱਲੀਆਂ, ਪ੍ਰੋਟੋਜੋਆ ਅਤੇ ਕਾਈ। ਪਿਆਰੇ ਵਿਦਿਆਰਥੀਓ, ਇਹ ਵਿਸ਼ਾਣੂ ਵੀ ਤਾਂ ਸੂਖਮ ਜੀਵ ਹੀ ਹੁੰਦੇ ਹਨ। ਇਹ ਆਪਣੇ ਮੇਜ਼ਬਾਨ
ਜੀਵ ਦੇ ਸੈੱਲਾਂ ਦੇ ਅੰਦਰ ਪਹੁੰਚ ਕੇ ਹੀ ਜਣਨ ਕਿਰਿਆ ਕਰਦੇ ਹਨ। ਏਡਜ਼ ਦਾ ਸੁਣਿਆ ਹੈ? ਸਾਹਮਣੇ ਚਿੱਤਰ ਦੇ ਵਿੱਚ ਵੀ ਇੱਕ ਵਿਸ਼ਾਣੂ ਦਿਖਾਈ ਦੇ ਰਿਹਾ ਹੈ। ਅੱਜ ਕੱਲ ਇੱਕ ਹੋਰ ਵਿਸ਼ਾਣੂ ਨੇ ਪੂਰੇ ਸੰਸਾਰ ਦੇ ਵਿੱਚ ਖੌਫ ਪੈਦਾ ਕੀਤਾ ਹੋਇਆ ਹੈ, ਡਰ ਦਾ ਮਾਹੌਲ ਹੈ। ਤੁਹਾਨੂੰ ਸਾਰਿਆਂ ਨੂੰ ਆਪਣੇ ਘਰ ਦੇ ਅੰਦਰ ਬਿਠਾ ਦਿੱਤਾ ਹੈ। ਕਈਆਂ ਦੀਆਂ ਤਾਂ ਪ੍ਰੀਖਿਆਵਾਂ ਵੀ ਲੇਟ ਕਰਵਾ ਦਿੱਤੀਆਂ ਹਨ। ਮੈਂ ਜਾਣਦਾ ਹਾਂ ਕਿ ਤੁਹਾਨੂੰ ਭਾਵੇਂ ਕਿਸੇ ਵਿਸ਼ਾਣੂ ਦਾ ਨਾਮ ਪਤਾ ਹੋਵੇ, ਭਾਵੇਂ ਨਾ ਪਤਾ ਹੋਵੇ, ਸੂਖਮ ਜੀਵ ਦਾ ਨਾਮ ਪਤਾ ਹੋਵੇ ਚਾਹੇ ਨਾ ਪਤਾ ਹੋਵੇ, ਪਰ ਇਸ ਵਿਸ਼ਾਣੂ ਦਾ ਨਾਮ ਜ਼ਰੂਰ ਪਤਾ ਹੈ। ਵਿਸ਼ਾਣੂ ਮਤਲਬ ਵਾਇਰਸ। ਬਿਲਕੁਲ ਠੀਕ ਸੋਚ ਰਹੇ ਹੋ, ਇਹ ਹੈ ਕੋਰੋਨਾ ਵਾਇਰਸ। ਸੋ ਤੁਸੀਂ ਇਸ ਵਾਇਰਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰ ਸਕਦਾ ਹੈ ਤੇ ਕਿਸ ਤਰ੍ਹਾਂ ਦਾ ਡਰ ਦਾ ਮਾਹੌਲ ਪੈਦਾ ਕਰ ਸਕਦਾ ਹੈ। ਤੁਸੀਂ ਆਪਣੇ ਆਪ ਨੂੰ ਇਸ ਤੋਂ ਬਚਾ ਕੇ ਰੱਖਣਾ ਹੈ ਤੇ ਡਾਕਟਰ ਜੋ ਵੀ ਸਲਾਹ ਦਿੰਦੇ ਹਨ ਉਹਨਾਂ ਦੀ ਇਨ ਬਿਨ ਪਾਲਣਾ ਕਰਨੀ ਹੈ। ਹਾਂਜੀ ਪਿਆਰੇ ਵਿਦਿਆਰਥੀਓ, ਸੂਖਮ ਜੀਵਾਂ ਬਾਰੇ ਵੀ ਸਮਝ ਲਿਆ ਕਿ ਇਹ ਕੀ ਹੁੰਦੇ ਹਨ। ਇਹਨਾਂ ਦੀ ਪਰਿਭਾਸ਼ਾ ਪਤਾ ਲੱਗ ਗਈ ਸਾਰਿਆਂ ਨੂੰ। ਦੂਸਰਾ ਅਸੀਂ ਇਹ ਵੀ ਸਮਝ ਲਿਆ ਕਿ ਇਹਨਾਂ ਦੀਆਂ ਵੱਖ-ਵੱਖ ਕੈਟੇਗਰੀਆਂ ਕਿਹੜੀਆਂ ਹਨ। ਹੁਣ ਅਸੀਂ ਵੇਖਾਂਗੇ ਕਿ ਇਹ ਰਹਿੰਦੇ ਕਿੱਥੇ ਹਨ। ਜੇ ਹਨ ਤਾਂ ਰਹਿੰਦੇ ਵੀ ਹੋਣਗੇ। ਤਾਂ ਪਹਿਲੀ ਗੱਲ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੁਝ ਜੀਵਾਣੂ ਉੱਲੀਆਂ ਅਤੇ ਪ੍ਰੋਟੋਜੋਆ ਵਰਗੇ ਸੂਖਮ ਜੀਵ ਇੱਕ ਸੈਲੀ ਹੁੰਦੇ ਹਨ ਅਤੇ ਕੁਝ ਬਹੁਸੈਲੀ ਹੁੰਦੇ ਹਨ। ਇਹ ਹਰ ਪ੍ਰਕਾਰ ਦੇ ਮੌਸਮ ਦੇ ਵਿੱਚ ਜਾਂ ਵਾਤਾਵਰਣ ਦੇ ਵਿੱਚ ਰਹਿ ਸਕਦੇ ਹਨ। ਭਾਵ ਅਗਰ ਪਾਣੀ ਬਰਫ਼ ਵਰਗਾ ਠੰਡਾ ਹੋਵੇ ਤਾਂ ਉੱਥੇ ਵੀ ਰਹਿ ਸਕਦੇ ਹਨ। ਇਹ ਗਰਮ ਪਾਣੀ ਦੇ ਵਿੱਚ ਵੀ ਰਹਿ ਸਕਦੇ ਹਨ। ਮਾਰੂਥਲ ਜਾਂ ਦਲਦਲੀ ਥਾਵਾਂ ਦੇ ਵਿੱਚ ਵੀ ਰਹਿ ਸਕਦੇ ਹਨ। ਮਾਰੂਥਲ ਦਾ ਪਤਾ ਹੈ ਤੁਹਾਨੂੰ? ਐਸਾ ਸਥਾਨ ਜਿੱਥੇ ਰੇਤ ਹੀ ਰੇਤ ਹੁੰਦੀ ਹੈ, ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਦਿਨ ਦੇ ਵਕਤ ਤੇ ਰਾਤ ਦੇ ਵਕਤ ਤਾਪਮਾਨ ਬਹੁਤ ਨੀਚੇ ਡਿੱਗ ਜਾਂਦਾ ਹੈ। ਦਲਦਲੀ ਥਾਵਾਂ ਜਿੱਥੇ ਮਿੱਟੀ ਦੇ ਵਿੱਚ ਬਹੁਤ ਸਾਰਾ ਪਾਣੀ ਮਿਕਸ ਹੋ ਜਾਂਦਾ ਹੈ, ਪੈਰ ਚਿੱਕੜ ਤੋਂ ਵੀ ਜ਼ਿਆਦਾ ਤਰ੍ਹਾਂ ਦੀ ਗਿੱਲੀ ਮਿੱਟੀ ਅਸੀਂ ਕਹਿ ਲਈਏ ਤਾਂ ਉਸ ਨੂੰ ਅਸੀਂ ਦਲਦਲੀ ਥਾਵਾਂ ਕਹਿੰਦੇ ਹਾਂ। ਇਹਨਾਂ ਸਾਰੀਆਂ ਥਾਵਾਂ ਦੇ ਵਿੱਚ ਸੂਖਮ ਜੀਵ ਰਹਿ ਸਕਦੇ ਹੈ। ਕੁਝ ਸੂਖਮ ਜੀਵ ਮਨੁੱਖਾਂ ਸਮੇਤ ਜੀਵਾਂ ਦੇ ਸਰੀਰ ਦੇ ਅੰਦਰ ਵੀ ਪਾਏ ਜਾਂਦੇ ਹਨ। ਮਤਲਬ ਸਾਡੇ ਸਰੀਰ ਦੇ ਅੰਦਰ ਵੀ ਸੂਖਮ ਜੀਵ ਰਹਿ ਸਕਦੇ ਹਨ ਤੇ ਕੁਝ ਜੀਵ ਜਿਹੜੇ ਹੈਗੇ ਆ ਉਹ ਕਈ ਜੀਵਾਂ ਦੇ ਜੀਵ ਮਤਲਬ ਸੂਖਮ ਜੀਵ, ਕੁਝ ਸੂਖਮ ਜੀਵ ਕਈ ਜੀਵਾਂ ਦੇ ਸਰੀਰ ਦੇ ਉੱਪਰ ਰਹਿੰਦੇ ਹਨ ਅਤੇ ਆਪਣਾ ਵਾਧਾ ਕਰਦੇ ਹਨ, ਜਦੋਂ ਕਿ ਕੁਝ ਇੱਕ ਸੁਤੰਤਰ ਹੋਣ ਦੇ ਵਿੱਚ ਵੀ ਰੱਖਦੇ ਹਨ, ਵੀ ਆਪਣੇ ਆਪ ਨੂੰ ਸੁਤੰਤਰ ਹੀ ਰੱਖਦੇ ਹਨ। ਅਮੀਬਾ ਵਰਗੇ ਸੂਖਮ ਜੀਵ ਇਕੱਲੇ ਰਹਿ ਸਕਦੇ ਹਨ। ਅਮੀਬਾ ਕੀ ਹੈ? ਇਕੱਲਾ ਰਹਿ ਸਕਦਾ ਹੈ, ਜਦਕਿ ਉੱਲੀਆਂ ਅਤੇ ਜੀਵਾਣੂ ਕਲੋਨੀ ਬਣਾ ਕੇ ਰਹਿੰਦੇ ਹਨ। ਉੱਲੀਆਂ ਅਤੇ ਜੀਵਾਣੂ ਕਲੋਨੀ ਬਣਾ ਕੇ ਰਹਿੰਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਸੂਖਮ ਜੀਵ ਹਰ ਥਾਂ ਤੇ ਹੀ ਮਿਲ ਜਾਂਦੇ ਹਨ, ਭਾਵੇਂ ਠੰਡਾ ਪਾਣੀ ਹੋਵੇ, ਭਾਵੇਂ ਗਰਮ ਪਾਣੀ ਹੋਵੇ, ਭਾਵੇਂ ਮਨੁੱਖ ਦੇ ਸਰੀਰ ਦਾ ਅੰਦਰਲਾ ਹਿੱਸਾ ਹੋਵੇ, ਭਾਵੇਂ ਮਨੁੱਖ ਦੇ ਸਰੀਰ ਦਾ ਬਾਹਰੀ ਹਿੱਸਾ ਹੋਵੇ, ਸਭ ਜਗ੍ਹਾ ਸੂਖਮ ਜੀਵ ਪਾਏ ਜਾਂਦੇ ਹਨ। ਹੁਣ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਾਂਗੇ ਉਹ ਵਿਸ਼ਾ ਹੈ ਸੂਖਮ ਜੀਵ ਅਤੇ ਅਸੀਂ। ਕਹਿਣ ਦਾ ਮਤਲਬ ਕਿ ਸੂਖਮ ਜੀਵ ਸਾਡੇ ਜੀਵਨ ਵਿੱਚ ਕਿੱਦਾਂ ਦੀ ਭੂਮਿਕਾ ਨਿਭਾਉਂਦੇ ਹਨ। ਜਿਵੇਂ ਕਿ ਸਾਡੇ ਪਾਠ ਦਾ ਨਾਂ ਕੀ ਸੀਗਾ, ਯਾਦ ਹੈ ਕਿਸੇ ਨੂੰ? ਸੂਖਮ ਜੀਵ ਮਿੱਤਰ ਤੇ ਦੁਸ਼ਮਣ। ਇਸ ਦਾ ਮਤਲਬ ਹੈ ਕੁਝ ਜੀਵ ਸਾਡੇ ਲਈ ਲਾਭਦਾਇਕ ਹੁੰਦੇ ਹਨ, ਭਾਵ ਉਹਨਾਂ ਤੋਂ ਸਾਨੂੰ ਕੋਈ ਫਾਇਦਾ ਮਿਲਦਾ ਹੈ, ਅਤੇ ਕੁਝ ਸੂਖਮ ਜੀਵ ਸਾਡੇ ਲਈ ਹਾਨੀਕਾਰਕ ਹੁੰਦੇ ਹਨ। ਅਸੀਂ ਹੁਣ ਇਹਨਾਂ ਦੇ ਬਾਰੇ ਵਿਸਥਾਰ ਨਾਲ ਸਿੱਖਾਂਗੇ। ਪਿਆਰੇ ਵਿਦਿਆਰਥੀਓ, ਜੋ ਤੁਸੀਂ ਸਾਹਮਣੇ ਸਕਰੀਨ ਦੇ ਉੱਤੇ ਦੇਖ ਰਹੇ ਹੋ ਉਹ ਲਿਖਿਆ ਹੈ ਮਿੱਤਰ ਸੂਖਮ ਜੀਵ। ਮਿੱਤਰ ਕਿਸ ਨੂੰ ਕਹਿੰਦੇ ਹਨ? ਜਿਹੜਾ ਸਾਡੇ ਲਈ ਚੰਗਾ ਸੋਚੇ, ਜਿਹੜਾ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਾ ਦੇਵੇ।
ਤਾਂ ਕਿਆ ਸੂਖਮ ਜੀਵ ਮਿੱਤਰ ਵੀ ਹੋ ਸਕਦੇ ਹਨ? ਇਹਨਾਂ ਦੇ ਬਾਰੇ ਅਸੀਂ ਵਿਸਥਾਰ ਨਾਲ ਬਾਅਦ ਦੇ ਵਿੱਚ ਸਿੱਖਾਂਗੇ, ਪਰ ਪਹਿਲੇ ਅਸੀਂ ਪਰਿਭਾਸ਼ਾ ਸਿੱਖ ਲਈਏ। ਜਿਹੜੇ ਸੂਖਮ ਜੀਵ ਸਾਡੇ ਲਈ ਲਾਭਦਾਇਕ ਹੁੰਦੇ ਹਨ, ਉਹਨਾਂ ਨੂੰ ਮਿੱਤਰ ਸੂਖਮ ਜੀਵ ਕਿਹਾ ਜਾਂਦਾ ਹੈ। ਇਹਨਾਂ ਦੀ ਵਰਤੋਂ ਦਹੀਂ, ਡਬਲ ਰੋਟੀ, ਕੇਕ ਆਦਿ ਬਣਾਉਣ ਦੇ ਸਮੇਂ ਕੀਤੀ ਜਾਂਦੀ ਹੈ। ਕੇਕ ਸਾਰਿਆਂ ਨੂੰ ਪਸੰਦ ਹੁੰਦਾ ਹੈ। ਤੁਹਾਨੂੰ ਪਤਾ ਹੈ ਇਹ ਸੂਖਮ ਜੀਵਾਂ ਦੇ ਨਾਲ ਹੀ ਬਣਦਾ ਹੈ। ਦਹੀਂ ਸਾਰੇ ਬ੍ਰੇਕਫਾਸਟ ਦੇ ਵਿੱਚ ਕਰਦੇ ਹਨ ਜਾਂ ਖਾਂਦੇ ਹਨ। ਇਸ ਨੂੰ ਵੀ ਸੂਖਮ ਜੀਵਾਂ ਦੀ ਸਹਾਇਤਾ ਨਾਲ ਹੀ ਬਣਾਇਆ ਜਾਂਦਾ ਹੈ। ਜੇ ਸਾਡਾ ਵਾਤਾਵਰਣ ਗੰਦਾ ਹੋ ਜਾਵੇ ਤਾਂ ਇਸ ਦੀ ਸਾਫ਼ ਸਫਾਈ ਦਾ ਜ਼ਿੰਮਾ ਵੀ ਸੂਖਮ ਜੀਵਾਂ ਦਾ ਹੀ ਹੈ। ਜੇ ਅਸੀਂ ਬਿਮਾਰ ਹੋ ਜਾਈਏ ਤਾਂ ਦਵਾਈਆਂ ਤਿਆਰ ਕਰਨ ਲਈ ਵੀ ਸੂਖਮ ਜੀਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਹੋਏ ਨਾ ਸਾਡੇ ਮਿੱਤਰ ਕਿ ਜੋ ਸਾਡਾ ਦੁੱਖ ਹੋ ਰਿਹਾ ਸੀਗਾ ਉਸ ਦੁੱਖ ਨੂੰ ਦੂਰ ਕਰ ਦਿੱਤਾ। ਖੇਤੀਬਾੜੀ ਵਿੱਚ ਵੀ ਇਹ ਜੀਵਾਣੂ ਨਾਈਟ੍ਰੋਜਨ ਦਾ ਸਥਿਰੀਕਰਨ ਕਰਦੇ ਹਨ। ਨਾਈਟ੍ਰੋਜਨ ਦਾ ਸਥਿਰੀਕਰਨ ਕਰਨਾ ਮਤਲਬ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣਾ। ਸੋ ਜਿਹੜੇ ਸੂਖਮ ਜੀਵ ਸਾਡੇ ਲਈ ਲਾਭਦਾਇਕ ਹੁੰਦੇ ਹਨ, ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਮਿੱਤਰ ਸੂਖਮ ਜੀਵ। ਵਿਦਿਆਰਥੀਓ, ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਨਿੱਕਾ ਮਤਲਬ ਛੋਟਾ, ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਇੱਕ ਘਰ ਦੀ ਕਿਰਿਆ ਮੈਨੂੰ ਬੜੀ ਹੈਰਾਨ ਪਰੇਸ਼ਾਨ ਕਰ ਦਿੰਦੀ ਸੀ। ਤੁਹਾਨੂੰ ਵੀ ਸ਼ਾਇਦ ਕਰਦੀ ਹੋਏਗੀ ਕਦੀ ਨਾ ਕਦੀ। ਉਹ ਕਿਰਿਆ ਇਹ ਸੀ ਕਿ ਮੇਰੀ ਮਾਤਾ ਜੀ ਨੇ ਦੁੱਧ ਦਾ ਪਤੀਲਾ ਲੈਣਾ ਤੇ ਇੱਕ ਚਮਚ ਦੇ ਵਿੱਚ ਥੋੜਾ ਜਿਹਾ ਦਹੀਂ ਲੈਣਾ ਤੇ ਉਸ ਦੇ ਵਿੱਚ ਘੋਲ ਦੇਣਾ। ਕਿਹਦੇ ਵਿੱਚ? ਹਾਂ, ਦਹੀਂ ਦੇ ਪਤੀਲੇ ਦੇ। ਦਹੀਂ ਦੇ ਪਤੀਲੇ ਦੇ ਵਿੱਚ ਨਹੀਂ, ਦੁੱਧ ਵਾਲੇ ਪਤੀਲੇ ਦੇ ਵਿੱਚ ਉਹ ਇੱਕ ਚਮਚ ਦਹੀਂ ਘੋਲ ਦੇਣਾ ਤੇ ਸਵੇਰੇ ਉੱਠ ਕੇ ਜਦੋਂ ਅਸੀਂ ਦੇਖਣਾ ਤਾਂ ਸਾਰੇ ਦਾ ਸਾਰਾ ਦੁੱਧ ਦਹੀਂ ਦੇ ਵਿੱਚ ਬਣ ਗਿਆ। ਭਾਵ ਦਹੀਂ ਜੰਮ ਜਾਣਾ। ਮੈਂ ਬੜੇ ਹੈਰਾਨ ਹੋਣਾ ਕਿ ਯਾਰ ਇਹ ਕਿਵੇਂ ਹੋ ਗਿਆ। ਤੁਸੀਂ ਵੀ ਹੈਰਾਨ ਹੁੰਦੇ ਹੋਵੋਗੇ। ਜਦੋਂ ਪੜ੍ਹਿਆ ਤਾਂ ਸਮਝ ਆਇਆ ਕਿ ਇਹ ਤਾਂ ਜੀਵਾਣੂ ਹਨ ਜਿਹੜੇ ਦੁੱਧ ਨੂੰ ਦਹੀਂ ਦੇ ਵਿੱਚ ਬਦਲ ਦਿੰਦੇ ਹਨ। ਧਿਆਨ ਨਾਲ ਸੁਣਨਾ, ਅਗਲਾ ਨਾਮ ਜਿਹੜਾ ਮੈਂ ਬੋਲਣ ਲੱਗਿਆ, ਲੈਕਟੋਬੈਸਿਲਸ। ਕੀ ਹੈ? ਲੈਕਟੋਬੈਸਿਲਸ ਨਾਂ ਦਾ ਜੀਵਾਣੂ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ। ਇਹ ਦੁੱਧ ਵਿੱਚ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੰਦੇ ਹਨ। ਜਿਵੇਂ ਮੇਰੇ ਮਾਤਾ ਜੀ ਦੁੱਧ ਦੇ ਪਤੀਲੇ ਦੇ ਵਿੱਚ ਇੱਕ ਚਮਚ ਦਹੀਂ ਪਾਉਂਦੇ ਸੀਗੇ ਤੇ ਇਹ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਸ ਨੂੰ ਦਹੀਂ ਦੇ ਵਿੱਚ ਬਦਲ ਦਿੰਦੇ ਹਨ। ਸਮਝ ਆ ਗਈ? ਸੋ ਦਹੀਂ ਕਿਹਦੇ ਨਾਲ ਜੰਮਦਾ ਹੈ? ਲੈਕਟੋਬੈਸਿਲਸ ਦੇ ਨਾਲ। ਜੀਵਾਣੂ ਹੋਰ ਭੋਜਨ ਪਦਾਰਥਾਂ ਦੇ ਬਣਾਉਣ ਦੇ ਵਿੱਚ ਵੀ ਮਦਦ ਕਰਦੇ ਹਨ। ਅਸੀਂ ਇਹਨੂੰ ਇੱਕ ਕਿਰਿਆ ਦੇ ਨਾਲ ਸਮਝਾਂਗੇ। ਵਿਦਿਆਰਥੀਓ, ਇਸ ਕਿਰਿਆ ਦੇ ਲਈ ਮੇਰੇ ਕੋਲ ਕੋਸਾ ਪਾਣੀ ਹੈ, ਇਹ ਚੀਨੀ ਹੈ ਅਤੇ ਇਹ ਥੋੜਾ ਜਿਹਾ ਖਮੀਰ ਪਾਊਡਰ ਹੈ। ਖਮੀਰ ਪਾਊਡਰ ਤੁਹਾਨੂੰ ਕਿਸੇ ਵੀ ਕਰਿਆਨਾ ਸ਼ਾਪ ਤੋਂ ਮਿਲ ਜਾਏਗਾ। ਹੁਣ ਇਸ ਕਿਰਿਆ ਦੇ ਲਈ ਅਸੀਂ ਕਰਨਾ ਕੀ ਹੈ ਕਿ ਥੋੜਾ ਜਿਹਾ ਖਮੀਰ ਪਾਊਡਰ ਪਾਣੀ ਦੇ ਵਿੱਚ ਪਾ ਦੇਣਾ ਹੈ ਅਤੇ ਇਸ ਨੂੰ ਘੋਲਣਾ ਹੈ। ਜਦੋਂ ਇਹ ਘੁਲ ਜਾਂਦਾ ਹੈ ਤਾਂ ਇਸ ਦੇ ਵਿੱਚ ਚੀਨੀ ਵੀ ਪਾ ਦੇਣੀ ਹੈ। ਚੀਨੀ ਇਸ ਦੇ ਲਈ એનર્ਜੀ ਦਾ ਕੰਮ ਕਰਦੀ ਹੈ। ਫਿਰ ਇਸ ਨੂੰ ਘੋਲ ਦੇਣਾ ਹੈ। ਘੋਲਣ ਤੋਂ ਬਾਅਦ ਅਸੀਂ ਇਸ ਗਲਾਸ ਨੂੰ ਧੁੱਪ ਦੇ ਵਿੱਚ ਰੱਖ ਦੇਣਾ ਹੈ 2-4 ਘੰਟਿਆਂ ਦੇ ਲਈ। ਜਦੋਂ 2-4 ਘੰਟਿਆਂ ਦੇ ਲਈ ਰੱਖ ਦਿਆਂਗੇ ਤਾਂ ਉਸ ਤੋਂ ਬਾਅਦ ਅਸੀਂ ਇਸ ਮਿਕਸਚਰ ਦੀ ਗੰਧ ਲੈਣੀ ਹੈ, ਭਾਵੇਂ ਇਸ ਨੂੰ ਸੂੰਘਣਾ ਹੈ। ਜਦੋਂ ਤੁਸੀਂ ਸੂੰਘੋਗੇ ਤਾਂ ਤੁਹਾਨੂੰ ਅਲਕੋਹਲ ਵਰਗੀ ਸਮੈਲ ਆਏਗੀ। ਇਸ ਨੂੰ ਹੀ ਖਮੀਰਨ ਕਿਰਿਆ ਕਿਹਾ ਜਾਂਦਾ ਹੈ। ਹਾਂਜੀ ਪਿਆਰੇ ਵਿਦਿਆਰਥੀਓ, ਵੀਡੀਓ ਵੇਖ ਲਿਆ ਤੁਸੀਂ? ਵੀਡੀਓ ਵੇਖ ਕੇ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ ਕਿ ਕੇਕ, ਪੇਸਟਰੀ ਜਾਂ ਭਟੂਰੇ ਲਈ ਆਟਾ ਕਿਵੇਂ ਤਿਆਰ ਕੀਤਾ ਜਾਂਦਾ ਹੈ। ਬੜਾ ਸਿੰਪਲ ਜਿਹਾ ਪ੍ਰੋਸੈਸ ਸੀਗਾ। ਆਟੇ ਜਾਂ ਮੈਦੇ ਦੇ ਵਿੱਚ ਖਮੀਰ ਪਾਊਡਰ ਪਾ ਦਿੱਤਾ। ਹੁਣ ਇਹ ਖਮੀਰ ਪਾਊਡਰ ਮਿਲਦਾ ਕਿੱਥੋਂ ਹੈ? ਕੁਛ ਨਹੀਂ ਕਰਨਾ, ਬਾਜ਼ਾਰ ਜਾਇਓ, ਕੋਈ ਬੇਕਰੀ ਦੀ ਸ਼ਾਪ ਹੋਏਗੀ, ਕੋਈ ਕਰਿਆਨੇ ਦੀ ਦੁਕਾਨ ਹੋਏਗੀ, ਉੱਥੋਂ ਇਹ ਮਿਲ ਜਾਏਗਾ, ਨਹੀਂ ਤਾਂ ਸਮੋਸੇ ਬਣਾਉਣ ਵਾਲੇ ਕੋਲ ਵੀ ਮਿਲ ਜਾਏਗਾ।
ਉਹਨਾਂ ਕੋਲੋਂ ਖਮੀਰ ਪਾਊਡਰ ਲੈ ਲੈਣਾ, ਥੋੜੀ ਜਿਹੀ ਚੀਨੀ ਪਾਣੀ ਤੇ ਕੋਸੇ ਪਾਣੀ ਨਾਲ ਇਹਨੂੰ ਗੁੰਨ ਲੈਣਾ। ਪਾਣੀ ਥੋੜਾ ਜਿਹਾ ਕੋਸਾ ਰੱਖਣਾ ਤਾਂ ਕਿ ਰਸਾਇਣਿਕ ਕਿਰਿਆ ਤੇਜ਼ ਹੋ ਜਾਵੇ। 2 ਘੰਟੇ ਤੱਕ ਇਸ ਸਾਰੇ ਆਟੇ ਨੂੰ ਜਾਂ ਮੈਦਾ ਜੋ ਅਸੀਂ ਕੋਸੇ ਪਾਣੀ ਨਾਲ ਗੁੰਨ ਲਿਆ ਹੈ ਉਸ ਨੂੰ ਇਸੇ ਤਰ੍ਹਾਂ ਪਿਆ ਰਹਿਣ ਦੇਣਾ। ਹੁੰਦਾ ਕੀ ਹੈ ਕਿ ਇਸ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਬਣਦੀ ਹੈ, ਜਿਸ ਦੇ ਕਾਰਨ ਇਹ ਸਾਰਾ ਆਟਾ ਫੁੱਲ ਜਾਂਦਾ ਹੈ। ਫੁੱਲਣ ਦੇ ਨਾਲ ਇਹ ਨਰਮ ਵੀ ਹੋ ਜਾਂਦਾ ਹੈ। ਜਦੋਂ ਆਟਾ ਫੁੱਲ ਗਿਆ, ਨਰਮ ਹੋ ਗਿਆ, ਫਿਰ ਉਸਦੇ ਭਾਵੇਂ ਤੁਸੀਂ ਕੇਕ ਬਣਾ ਲਓ, ਭਾਵੇਂ ਬਣਾ ਲਓ ਪੇਸਟਰੀ, ਤੇ ਚਾਹੇ ਬਣਾ ਲਓ ਭਟੂਰੇ। ਸਾਹਮਣੇ ਤੁਸੀਂ ਸਕਰੀਨ ਦੇ ਉੱਤੇ ਕਈ ਆਈਟਮਾਂ ਦੇਖ ਰਹੇ ਹੋਗੇ, ਜਿਨ੍ਹਾਂ ਵਿੱਚ ਬ੍ਰੈਡ ਵੀ ਹੈ, ਕੇਕ ਵੀ ਹੈ, ਪੇਸਟਰੀ ਵੀ ਹੈ। ਕਈਆਂ ਦੇ ਨਾਂ ਤਾਂ ਮੈਨੂੰ ਪਤਾ ਵੀ ਨਹੀਂ, ਪਰ ਸ਼ਾਇਦ ਤੁਹਾਨੂੰ ਪਤਾ ਹੋਣਗੇ। ਪਰ ਮੇਰਾ ਇੱਕ ਮਹੱਤਵਪੂਰਨ ਪ੍ਰਸ਼ਨ ਹੈ ਤੁਹਾਨੂੰ, ਕਿ ਆਟਾ ਵੀ ਠੀਕ ਹੈ ਆਪਣੀ ਜਗ੍ਹਾ ਦੇ ਉੱਤੇ, ਖਮੀਰ ਪਾਊਡਰ ਵੀ ਠੀਕ ਹੈ ਆਪਣੀ ਜਗ੍ਹਾ ਦੇ ਉੱਤੇ, ਕੋਸਾ ਪਾਣੀ ਵੀ ਠੀਕ ਹੈ, ਪਰ ਇਹ ਚੀਨੀ ਕਿਉਂ ਪਾਈ ਗਈ? ਸੋਚੋ ਜਰਾ। ਚਲੋ ਮੈਂ ਇੱਕ ਪ੍ਰਸ਼ਨ ਪੁੱਛਦਾ ਤੁਹਾਨੂੰ ਆਉਣਾ ਚਾਹੀਦਾ ਹੈ। ਇਹ 6ਵੀਂ ਦਾ ਪ੍ਰਸ਼ਨ ਹੈ ਕਿ ਸਾਨੂੰ ਕੰਮ ਕਰਨ ਲਈ ਊਰਜਾ ਕਿੱਥੋਂ ਪ੍ਰਾਪਤ ਹੁੰਦੀ ਹੈ? ਤੇ ਜੇ ਭੁੱਲ ਗਿਆ ਹੈ ਤਾਂ ਮਾੜੀ ਗੱਲ ਹੈ, ਤੇ ਜਿਨ੍ਹਾਂ ਬੱਚਿਆਂ ਨੂੰ ਯਾਦ ਹੈ ਉਹਨਾਂ ਨੂੰ ਮੇਰੀ ਸ਼ਾਬਾਸ਼ ਹੈ। ਬਿਲਕੁਲ ਸਹੀ। ਕੁਝ ਵਿਦਿਆਰਥੀਆਂ ਨੂੰ ਯਾਦ ਹੈ ਕਿ ਕੰਮ ਕਰਨ ਲਈ ਊਰਜਾ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੀ ਹੈ। ਉਸੇ ਤਰ੍ਹਾਂ ਆਟੇ ਜਾਂ ਮੈਦੇ ਦੇ ਵਿੱਚ ਜੋ ਖਮੀਰ ਪਾਊਡਰ ਪਾਇਆ ਹੈ ਉਸ ਦੇ ਨਾਲ ਚੀਨੀ ਵੀ ਪਾਈ ਜਾਂਦੀ ਹੈ। ਉਹ ਖਮੀਰ ਨੂੰ ਵੀ ਤਾਂ ਕੋਈ એનર્ਜੀ ਚਾਹੀਦੀ ਹੈ, ਉਸ ਨੂੰ ਵੀ ਭੋਜਨ ਚਾਹੀਦਾ ਹੈ ਤਾਂ ਕਿ ਉਹ ਰਸਾਇਣਿਕ ਕਿਰਿਆ ਕਰ ਸਕੇ। ਇਸੇ ਲਈ ਚੀਨੀ ਪਾਈ ਜਾਂਦੀ ਹੈ। ਸੋ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਬੇਕਰੀ ਪ੍ਰੋਡਕਟ ਬਣਾਉਣ ਦੇ ਵਿੱਚ ਸੂਖਮ ਜੀਵਾਂ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ। ਇਹਨਾਂ ਤੋਂ ਬਗੈਰ ਬੇਕਰੀ ਪ੍ਰੋਡਕਟ ਜਿਵੇਂ ਬ੍ਰੈਡ, ਕੇਕ, ਪੇਸਟਰੀਆਂ ਆਦਿ ਜਾਂ ਬਿਸਕੁਟ ਵਗੈਰਾ ਜੋ ਤੁਸੀਂ ਬੜੇ ਚਾਅ ਨਾਲ ਖਾਂਦੇ ਹੋ, ਇਹ ਨਹੀਂ ਬਣ ਸਕਦੇ। ਹਾਂਜੀ ਵਿਦਿਆਰਥੀਓ, ਤੁਸੀਂ ਹਾਲੇ ਤੱਕ ਸਿੱਖਿਆ ਕਿ ਦਹੀਂ ਲੈਕਟੋਬੈਸੀਲਸ ਨਾਲ ਤਿਆਰ ਹੁੰਦਾ ਹੈ। ਉਸੇ ਤਰ੍ਹਾਂ ਤੁਸੀਂ ਸਿੱਖਿਆ ਕਿ ਬੇਕਰੀ ਪ੍ਰੋਡਕਟ ਦੇ ਲਈ ਖਮੀਰ ਦੀ ਮਦਦ ਦੇ ਨਾਲ ਆਟਾ ਜਾਂ ਮੈਦਾ ਤਿਆਰ ਕੀਤਾ ਜਾਂਦਾ ਹੈ। ਹੁਣ ਅਸੀਂ ਸਿੱਖਾਂਗੇ ਕਿ ਕਿਆ ਜੀਵਾਣੂਆਂ ਦੇ ਕੋਈ ਵਪਾਰਿਕ ਲਾਭ ਵੀ ਹਨ? ਤਾਂ ਹਾਂ, ਬਿਲਕੁਲ ਵਪਾਰਿਕ ਲਾਭ ਵੀ ਹਨ। ਵੱਡੇ ਪੱਧਰ ਤੇ ਅਲਕੋਹਲ, ਸ਼ਰਾਬ ਅਤੇ ਐਸੀਟਿਕ ਐਸਿਡ ਬਣਾਉਣ ਲਈ ਜੀਵਾਣੂਆਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਵਪਾਰਕ ਪੱਧਰ ਤੇ ਅਲਕੋਹਲ ਬਣਾਉਣੀ ਹੋਵੇ, ਸ਼ਰਾਬ ਬਣਾਉਣੀ ਹੋਵੇ, ਉਸ ਦੇ ਲਈ ਖਮੀਰ ਵਰਤਿਆ ਜਾਂਦਾ ਹੈ। ਪਿਛਲੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਖੰਡ ਪਾਈ ਅਸੀਂ, ਪਰ ਅਲਕੋਹਲ ਜਾਂ ਸ਼ਰਾਬ ਬਣਾਉਣ ਦੇ ਲਈ ਬਾਜਰੇ, ਕਣਕ, ਚੌਲ ਜਾਂ ਫਲਾਂ ਦੇ ਜੂਸ ਦੇ ਵਿੱਚ ਜਿਹੜੀ ਖੰਡ ਹੁੰਦੀ ਹੈ ਨਾ, ਉਸ ਦੀ ਖਮੀਰਨ ਕਿਰਿਆ ਕੀਤੀ ਜਾਂਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬਾਜਰੇ ਦੇ ਵਿੱਚ ਵੀ ਸ਼ੂਗਰ ਹੁੰਦੀ ਹੈ ਜਾਂ ਖੰਡ ਹੁੰਦੀ ਹੈ, ਕਣਕ ਦੇ ਵਿੱਚ ਵੀ ਹੁੰਦੀ ਹੈ, ਚਾਵਲ ਵਿੱਚ ਵੀ ਹੁੰਦੀ ਹੈ, ਫਲਾਂ ਦੇ ਜੂਸ ਵਿੱਚ ਵੀ ਹੁੰਦੀ ਹੈ। ਸੋ ਵਪਾਰਕ ਪੱਧਰ ਤੇ ਅਲਕੋਹਲ ਅਤੇ ਸ਼ਰਾਬ ਬਣਾਉਣ ਲਈ ਇਹਨਾਂ ਸਾਰੇ ਪਦਾਰਥਾਂ ਦੇ ਵਿਚਲੀ ਖੰਡ ਦੀ ਖਮੀਰਨ ਕਿਰਿਆ ਕੀਤੀ ਜਾਂਦੀ ਹੈ। ਅਸੀਂ ਖਮੀਰਨ ਲਈ ਇੱਕ ਪ੍ਰਯੋਗ ਕਰਨਾ ਹੈ। ਇਸ ਵਾਸਤੇ ਸਾਨੂੰ ਮੈਦੇ ਦੀ ਜ਼ਰੂਰਤ ਪਏਗੀ। ਇਹ ਸਾਡੇ ਕੋਲ ਖਮੀਰ ਪਾਊਡਰ ਹੈ ਔਰ ਥੋੜੀ ਜਿਹੀ ਚੀਨੀ। ਅਸੀਂ ਚੀਨੀ ਅਤੇ ਖਮੀਰਨ ਪਾਊਡਰ ਨੂੰ ਆਪਸ ਦੇ ਵਿੱਚ ਮਿਲਾ ਲਾਂਗੇ। ਹੁਣ ਇਸ ਮਿਸ਼ਰਣ ਨੂੰ ਮੈਦੇ ਦੇ ਵਿੱਚ ਮਿਲਾ ਦਾਂਗੇ। ਖਮੀਰਨ, ਚੀਨੀ ਅਤੇ ਮੈਦਾ ਆਪਸ ਵਿੱਚ ਅੱਛੀ ਤਰ੍ਹਾਂ ਮਿਲ ਜਾਣੇ ਚਾਹੀਦੇ ਹਨ। ਹੁਣ ਇਸ ਮਿਸ਼ਰਣ ਦੇ ਵਿੱਚ ਅਸੀਂ ਪਾਣੀ ਮਿਲਾਵਾਂਗੇ, ਔਰ ਜਿਸ ਤਰ੍ਹਾਂ ਘਰਾਂ ਦੇ ਵਿੱਚ
ਆਟਾ ਗੂੰਦਦੇ ਹਾਂ ਉਸੇ ਤਰ੍ਹਾਂ ਪਾਣੀ ਨਾਲ ਇੱਕ ਪੇਸਟ ਤਿਆਰ ਕਰ ਲਓ। ਤੁਸੀਂ ਇਸ ਬਰਤਨ ਦੇ ਵਿੱਚ ਮੈਦੇ ਦਾ ਆਇਤਨ ਦੇਖ ਸਕਦੇ ਹੋ ਕਿ ਇੱਕ 2 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਸਾਨੂੰ ਇਸ ਤਰ੍ਹਾਂ ਦਾ ਮਿਸ਼ਰਣ ਮਿਲਦਾ ਹੈ, ਜਿਸ ਦਾ ਆਇਤਨ ਪਹਿਲੇ ਨਾਲੋਂ ਕਾਫੀ ਗੁਣਾ ਵੱਧ ਚੁੱਕਿਆ ਹੈ। ਇਹ ਮੈਦਾ ਇਸ ਕਰਕੇ ਫੁੱਲ ਜਾਂਦਾ ਹੈ ਕਿਉਂਕਿ ਖਮੀਰਨ ਪਾਊਡਰ ਬਹੁਤ ਹੀ ਤੇਜ਼ੀ ਨਾਲ ਕਿਰਿਆ ਕਰਦਾ ਹੈ ਔਰ ਇਸ ਕਿਰਿਆ ਦੌਰਾਨ ਕਾਰਬਨ ਡਾਈਆਕਸਾਈਡ ਗੈਸ ਤਿਆਰ ਹੁੰਦੀ ਹੈ, ਜਿਹੜੀ ਮੈਦੇ ਦੇ ਵਿੱਚ ਮਿਲ ਕੇ ਉਸ ਨੂੰ ਫੁਲਾ ਦਿੰਦੀ ਹੈ। ਖਮੀਰਨ ਕਿਰਿਆ ਦੇ ਰਾਹੀਂ ਬੇਕਰੀ ਦੇ ਉਤਪਾਦ ਜਿਵੇਂ ਬ੍ਰੈਡ, ਕੇਕ ਜਾਂ ਪੇਸਟਰੀ ਆਦਿ ਤਿਆਰ ਕੀਤੇ ਜਾਂਦੇ ਹਨ। ਵਿਦਿਆਰਥੀਓ, ਤੁਸੀਂ ਪਿਛਲੀ ਕਿਰਿਆ ਦੇ ਵਿੱਚ ਦੇਖਿਆ ਕਿ ਪਾਣੀ ਵਿੱਚ ਚੀਨੀ ਅਤੇ ਖਮੀਰਨ ਮਿਲਾਉਣ ਦੇ ਨਾਲ ਐਲਕੋਹਲ ਵਰਗੀ ਗੰਧ ਆਉਂਦੀ ਹੈ ਅਤੇ ਨਾਲ ਸਾਰੇ ਵੀਡੀਓ ਦੇ ਵਿੱਚ ਮੈਂ ਵਾਰ-ਵਾਰ ਇੱਕ ਸ਼ਬਦ ਵੀ ਵਰਤਿਆ ਕਿ ਖਮੀਰਨ ਖਮੀਰਨ ਖਮੀਰਨ, ਵਾਰ-ਵਾਰ ਵਰਤਿਆ ਹੈ। ਕਈ ਵਾਰ ਇਹ ਸ਼ਬਦ ਵੀ ਵਰਤਿਆ ਕਿ ਖਮੀਰਨ ਕਿਰਿਆ। ਖਮੀਰਨ ਕਿਰਿਆ ਹੁੰਦੀ ਕੀ ਹੈ? ਬੜੀ ਸਿੰਪਲ ਜੀ ਗੱਲ ਹੈ ਕਿ ਖੰਡ ਦੇ ਐਲਕੋਹਲ ਵਿੱਚ ਪਰਿਵਰਤਿਤ ਹੋਣ ਦੀ ਕਿਰਿਆ ਨੂੰ ਖਮੀਰਨ ਕਿਰਿਆ ਕਿਹਾ ਜਾਂਦਾ ਹੈ। ਪਿਛਲਾ ਵੀਡੀਓ ਤੁਸੀਂ ਦੇਖ ਲਿਆ, ਜਿਸ ਦੇ ਵਿੱਚ ਅਸੀਂ ਪਾਣੀ ਦੇ ਵਿੱਚ ਚੀਨੀ ਮਿਲਾਈ ਤੇ ਥੋੜਾ ਜਿਹਾ ਖਮੀਰਨ ਮੰਗਾਇਆ ਤੇ ਉਸ ਨੂੰ 3-4 ਘੰਟੇ ਪਿਆ ਰਹਿਣ ਦਿੱਤਾ ਤੇ ਅਲਕੋਹਲ ਵਰਗੀ ਗੰਧ ਆਉਣ ਲੱਗ ਪਈ। ਹੁਣ ਜੇ ਤੁਹਾਨੂੰ ਅਲਕੋਹਲ ਵਰਗੀ ਗੰਧ ਦਾ ਪਤਾ ਨਹੀਂ ਹੈ ਤਾਂ ਤੁਸੀਂ ਕੀ ਕਰਨਾ ਹੈ, ਆਪਣੀ ਵਿਗਿਆਨ ਦੀ ਲੈਬੋਰੇਟਰੀ ਦੇ ਵਿੱਚ ਜਾਣਾ ਹੈ ਜਾਂ ਪ੍ਰਯੋਗਸ਼ਾਲਾ ਦੇ ਵਿੱਚ ਜਾਣਾ ਹੈ ਅਤੇ ਆਪਣੇ ਵਿਗਿਆਨ ਦੇ ਅਧਿਆਪਕ ਨੂੰ ਬੇਨਤੀ ਕਰਨੀ ਹੈ ਕਿ ਉਹ ਤੁਹਾਨੂੰ ਐਲਕੋਹਲ ਦੀ ਗੰਧ ਬਾਰੇ ਜਾਣੂ ਕਰਵਾਉਣ। ਸੋ ਮੈਂ ਮੁੜ ਕੇ ਦੁਹਰਾ ਰਿਹਾ ਹਾਂ ਕਿ ਖਮੀਰਨ ਕਿਰਿਆ ਕੀ ਹੁੰਦੀ ਹੈ। ਖੰਡ ਦੇ ਐਲਕੋਹਲ ਵਿੱਚ ਪਰਿਵਰਤਿਤ ਹੋਣ ਦੀ ਕਿਰਿਆ ਨੂੰ ਖਮੀਰਨ ਕਿਰਿਆ ਕਿਹਾ ਜਾਂਦਾ ਹੈ। ਤਾਂ ਚਲੋ ਪਿਆਰੇ ਵਿਦਿਆਰਥੀਓ, ਹੁਣ ਦੁਹਰਾ ਲਿਆ ਜਾਵੇ ਕਿ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਸਿੱਖਿਆ ਕੀ ਹੈ। ਸਭ ਤੋਂ ਪਹਿਲਾਂ ਅਸੀਂ ਸਿੱਖਿਆ ਸੂਖਮ ਜੀਵ ਕੀ ਹੁੰਦੇ ਹਨ, ਸੂਖਮ ਜੀਵਾਂ ਦੀ ਪਰਿਭਾਸ਼ਾ। ਫਿਰ ਅਸੀਂ ਸਿੱਖਿਆ ਕਿ ਸੂਖਮ ਜੀਵ ਰਹਿੰਦੇ ਕਿੱਥੇ ਹਨ, ਕਿਹੜੀਆਂ-ਕਿਹੜੀਆਂ ਥਾਵਾਂ ਤੇ ਰਹਿ ਸਕਦੇ ਹਨ। ਫਿਰ ਅਸੀਂ ਸਿੱਖਿਆ ਕਿ ਸੂਖਮ ਜੀਵਾਂ ਦੇ ਗਰੁੱਪ ਕਿਹੜੇ-ਕਿਹੜੇ ਹੁੰਦੇ ਹਨ, ਜਿਵੇਂ ਪ੍ਰੋਟੋਜੋਆ ਵਗੈਰਾ। ਫਿਰ ਅਸੀਂ ਸਿੱਖਿਆ ਕਿ ਸੂਖਮ ਜੀਵਾਂ ਦੇ ਲਾਭ ਕੀ ਹਨ ਅਤੇ ਅਸੀਂ ਅੰਤ ਵਿੱਚ ਸਿੱਖਿਆ ਕਿ ਖਮੀਰਨ ਕਿਰਿਆ ਕੀ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਤੁਹਾਨੂੰ ਸਾਹਮਣੇ ਸਕਰੀਨ ਦੇ ਉੱਤੇ ਕੁਝ ਮਹੱਤਵਪੂਰਨ ਪ੍ਰਸ਼ਨ ਦਿਖਾਈ ਦੇ ਰਹੇ ਹਨ। ਇਹ ਸਾਰੇ ਹੀ ਪ੍ਰਸ਼ਨ ਅਸੀਂ ਅੱਜ ਦੇ ਲੈਕਚਰ ਦੇ ਦੌਰਾਨ ਡਿਸਕਸ ਕੀਤੇ ਹਨ। ਤੁਸੀਂ ਇਹਨਾਂ ਸਾਰਿਆਂ ਨੂੰ ਆਪਣੀ ਨੋਟਬੁੱਕ ਦੇ ਵਿੱਚ ਨੋਟ ਕਰਨਾ ਹੈ ਅਤੇ ਇਹਨਾਂ ਦੇ ਉੱਤਰ ਲਿਖ ਕੇ ਆਪਣੇ ਅਧਿਆਪਕ ਸਾਹਿਬਾਨ ਕੋਲੋਂ ਚੈੱਕ ਜ਼ਰੂਰ ਕਰਵਾਉਣੇ ਹਨ। ਪਹਿਲਾ ਪ੍ਰਸ਼ਨ ਹੈ, ਸੂਖਮ ਜੀਵ ਕੀ ਹੁੰਦੇ ਹਨ? ਸੂਖਮ ਜੀਵ ਕੀ ਹੁੰਦੇ ਹਨ? ਦੂਸਰਾ ਪ੍ਰਸ਼ਨ ਹੈ, ਸੂਖਮ ਜੀਵਾਂ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ? ਭਾਵ ਕਿਹੜੇ ਇੰਸਟਰੂਮੈਂਟ ਦੀ ਮਦਦ ਦੇ ਨਾਲ ਸੂਖਮ ਜੀਵਾਂ ਨੂੰ ਵੇਖਿਆ ਜਾ ਸਕਦਾ ਹੈ? ਤੀਸਰਾ ਪ੍ਰਸ਼ਨ ਹੈ, ਸੂਖਮ ਜੀਵ ਕਿੱਥੇ ਰਹਿੰਦੇ ਹਨ? ਸੂਖਮ ਜੀਵ ਕਿੱਥੇ ਰਹਿੰਦੇ ਹਨ? ਫਿਰ ਪ੍ਰਸ਼ਨ ਹੈ, ਸੂਖਮ ਜੀਵਾਂ ਦੇ ਗਰੁੱਪ ਕਿਹੜੇ-ਕਿਹੜੇ ਹਨ? ਜਿਹੜੇ 4 ਗਰੁੱਪ ਤੁਹਾਨੂੰ ਦੱਸੇ ਸੀਗੇ, ਉਹਨਾਂ ਦੇ ਪੂਰੇ ਨਾਂ ਲਿਖਣੇ ਹਨ ਤੁਸੀਂ। ਫਿਰ ਲਿਖਣਾ ਹੈ, ਸੂਖਮ ਜੀਵਾਂ ਦੇ ਕੀ ਲਾਭ ਹਨ? ਅੱਜ ਦੇ ਲੈਕਚਰ ਦੇ ਵਿੱਚ ਅਸੀਂ ਸੂਖਮ ਜੀਵਾਂ ਦੇ ਲਾਭ ਡਿਸਕਸ ਕੀਤੇ ਹਨ, ਉਹ ਤੁਸੀਂ ਲਾਭ ਪੂਰੀ ਤਰ੍ਹਾਂ ਲਿਖਣੇ ਹਨ। ਫਿਰ ਤੁਸੀਂ ਲਿਖਣਾ ਹੈ, ਖਮੀਰਨ ਕਿਰਿਆ ਕੀ ਹੁੰਦੀ ਹੈ? ਖਮੀਰਨ ਕਿਰਿਆ ਕੀ ਹੁੰਦੀ ਹੈ? ਤੇ ਇੱਕ ਹੋਰ ਪ੍ਰਸ਼ਨ ਹੈ ਕਿ ਵਪਾਰਿਕ ਪੱਧਰ ਤੇ ਅਲਕੋਹਲ ਦੀ ਤਿਆਰੀ ਕਿਵੇਂ ਕੀਤੀ ਜਾਂਦੀ ਹੈ? ਵਪਾਰਿਕ ਪੱਧਰ ਤੇ ਅਲਕੋਹਲ ਦੀ ਤਿਆਰੀ ਕਿਵੇਂ ਕੀਤੀ ਜਾਂਦੀ ਹੈ? ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ। ਪਰ ਜੇ ਫਿਰ ਵੀ ਸਮਝ ਨਹੀਂ ਆ ਰਹੇ ਤਾਂ ਅਸੀਂ ਅਗਲੀ ਸਕਰੀਨ ਦੇ ਵਿੱਚ ਇਹਨਾਂ ਦੇ ਉੱਤਰ ਵੀ ਦਿੱਤੇ ਹਨ। ਪਿਆਰੇ ਵਿਦਿਆਰਥੀਓ,
ਚਲੋ ਜਿਹੜੇ ਪ੍ਰਸ਼ਨ ਤੁਹਾਨੂੰ ਦਿੱਤੇ ਸਨ ਉਹਨਾਂ ਦੇ ਉੱਤਰ ਅਸੀਂ ਡਿਸਕਸ ਕਰੀਏ ਤੇ ਤੁਸੀਂ ਵੀ ਆਪਣੀ ਕਾਪੀ ਦੇ ਵਿੱਚ ਇਹਨਾਂ ਨੂੰ ਮਿਲਾ ਕੇ ਜ਼ਰੂਰ ਦੇਖਣਾ ਹੈ। ਪਹਿਲਾ ਪ੍ਰਸ਼ਨ ਸੀ ਕਿ ਸੂਖਮ ਜੀਵ ਕੀ ਹੁੰਦੇ ਹਨ? ਤਾਂ ਇਸ ਦਾ ਉੱਤਰ ਹੈ ਐਸੇ ਜੀਵ ਜਿਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ ਉਹਨਾਂ ਨੂੰ ਸੂਖਮ ਜੀਵ ਕਿਹਾ ਜਾ ਸਕਦਾ ਹੈ। ਦੂਸਰਾ ਪ੍ਰਸ਼ਨ ਸੀ ਕਿ ਸੂਖਮ ਜੀਵਾਂ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ? ਤੇ ਇਸ ਪ੍ਰਸ਼ਨ ਦਾ ਉੱਤਰ ਹੈ ਕਿ ਸੂਖਮ ਜੀਵਾਂ ਨੂੰ ਵੱਡਦਰਸ਼ੀ ਲੈਂਸ ਜਾਂ ਸੂਖਮਦਰਸ਼ੀ ਦੀ ਮਦਦ ਨਾਲ ਵੇਖਿਆ ਜਾ ਸਕਦਾ ਹੈ। ਤੀਸਰਾ ਪ੍ਰਸ਼ਨ ਸੀ ਕਿ ਸੂਖਮ ਜੀਵ ਕਿੱਥੇ ਰਹਿੰਦੇ ਹਨ? ਤੇ ਇਸ ਦਾ ਉੱਤਰ ਹੈ ਕਿ ਸੂਖਮ ਜੀਵ ਹਰ ਪ੍ਰਕਾਰ ਦੇ ਵਾਤਾਵਰਣ ਜਿਵੇਂ ਬਰਫ਼ ਵਰਗੇ ਠੰਡੇ ਪਾਣੀ, ਗਰਮ ਪਾਣੀ, ਮਾਰੂਥਲ ਜਾਂ ਦਲਦਲੀ ਥਾਵਾਂ ਵਿੱਚ ਰਹਿ ਸਕਦੇ ਹਨ। ਇਹ ਮਨੁੱਖ ਸਮੇਤ ਹੋਰ ਜੀਵਾਂ ਦੇ ਸਰੀਰ ਦੇ ਅੰਦਰ ਵੀ ਪਾਏ ਜਾਂਦੇ ਹਨ। ਕੁਝ ਮੁੱਖ ਜੀਵ ਹੋਰ ਜੀਵਾਂ ਦੇ ਸਰੀਰ ਉੱਪਰ ਰਹਿੰਦੇ ਹਨ ਅਤੇ ਵਾਧਾ ਕਰਦੇ ਹਨ, ਜਦੋਂ ਕਿ ਕੁਝ ਸੁਤੰਤਰ ਹੋਂਦ ਰੱਖਦੇ ਹਨ। ਅਮੀਬਾ ਵਰਗੇ ਸੂਖਮ ਜੀਵ ਇਕੱਲੇ ਰਹਿ ਸਕਦੇ ਹਨ, ਜਦੋਂ ਕਿ ਉੱਲੀਆਂ ਤੇ ਜੀਵਾਣੂ ਕਲੋਨੀ ਬਣਾ ਕੇ ਰਹਿੰਦੇ ਹਨ। ਆਸ ਹੈ ਕਿ ਤੁਸੀਂ ਆਪਣੇ ਉੱਤਰ ਮਿਲਾ ਲਏ ਹੋਣਗੇ। ਬਾਕੀ ਪ੍ਰਸ਼ਨਾਂ ਦੇ ਉੱਤਰ ਅਸੀਂ ਅਗਲੀ ਸਕਰੀਨ ਤੇ ਚੈੱਕ ਕਰਾਂਗੇ। ਵਿਦਿਆਰਥੀਓ, ਸਾਡਾ ਅਗਲਾ ਪ੍ਰਸ਼ਨ ਸੀ ਕਿ ਸੂਖਮ ਜੀਵਾਂ ਦੇ ਗਰੁੱਪ ਕਿਹੜੇ-ਕਿਹੜੇ ਹਨ? ਅਸੀਂ ਪਾਠ ਦੇ ਸ਼ੁਰੂ ਦੇ ਵਿੱਚ ਹੀ ਡਿਸਕਸ ਕੀਤਾ ਸੀਗਾ ਕਿ ਸੂਖਮ ਜੀਵਾਂ ਦੇ 4 ਗਰੁੱਪ ਹੁੰਦੇ ਹਨ: ਜੀਵਾਣੂ, ਉੱਲੀਆਂ, ਪ੍ਰੋਟੋਜੋਆ ਅਤੇ ਕਾਈ। ਜੀਵਾਣੂ, ਉੱਲੀਆਂ, ਪ੍ਰੋਟੋਜੋਆ ਅਤੇ ਕਾਈ। ਇੱਕ ਹੋਰ ਪ੍ਰਸ਼ਨ ਸੀਗਾ ਕਿ ਸੂਖਮ ਜੀਵਾਂ ਦੇ ਕੀ ਲਾਭ ਹਨ? ਲਾਭਾਂ ਕਰਕੇ ਹੀ ਤਾਂ ਅਸੀਂ ਇਹਨਾਂ ਨੂੰ ਮਿੱਤਰ ਸੂਖਮ ਜੀਵ ਕਹਿੰਦੇ ਹਾਂ। ਤਾਂ ਇਹਨਾਂ ਦਾ ਉੱਤਰ ਹੈ ਦਹੀਂ ਬਣਾਉਣ ਵਿੱਚ ਮਦਦ ਕਰਦੇ ਹਨ, ਦਵਾਈ ਬਣਾਉਣ ਵਿੱਚ ਮਦਦ ਕਰਦੇ ਹਨ, ਵਾਤਾਵਰਣ ਨੂੰ ਸਾਫ਼ ਰੱਖਣ ਲਈ ਮਦਦ ਕਰਦੇ ਹਨ। ਠੀਕ ਹੈ ਜੀ। ਭੋਜਨ ਪਦਾਰਥਾਂ ਦੇ ਬਣਾਉਣ ਦੇ ਵਿੱਚ ਵੀ ਤਾਂ ਮਦਦ ਕਰਦੇ ਹਨ ਇਹ। ਇੱਕ ਹੋਰ ਪ੍ਰਸ਼ਨ ਸੀ, ਖਮੀਰਨ ਕਿਰਿਆ ਕੀ ਹੁੰਦੀ ਹੈ? ਇਹ ਬੜਾ ਮਹੱਤਵਪੂਰਨ ਪ੍ਰਸ਼ਨ ਹੈ। ਤਾਂ ਇਸ ਦਾ ਉੱਤਰ ਹੈ ਖੰਡ ਦੇ ਅਲਕੋਹਲ ਵਿੱਚ ਪਰਿਵਰਤਿਤ ਹੋਣ ਦੀ ਕਿਰਿਆ ਨੂੰ ਖਮੀਰਨ ਕਿਰਿਆ ਕਿਹਾ ਜਾਂਦਾ ਹੈ। ਖੰਡ ਦੇ ਅਲਕੋਹਲ ਵਿੱਚ ਪਰਿਵਰਤਿਤ ਹੋਣ ਦੀ ਕਿਰਿਆ ਨੂੰ ਖਮੀਰਨ ਕਿਰਿਆ ਕਿਹਾ ਜਾਂਦਾ ਹੈ। ਇੱਕ ਹੋਰ ਪ੍ਰਸ਼ਨ ਸੀਗਾ ਕਿ ਵਪਾਰਿਕ ਪੱਧਰ ਤੇ ਅਲਕੋਹਲ ਦੀ ਤਿਆਰੀ ਕਿਵੇਂ ਕੀਤੀ ਜਾਂਦੀ ਹੈ? ਤਾਂ ਵਪਾਰਿਕ ਪੱਧਰ ਤੇ ਅਲਕੋਹਲ ਅਤੇ ਸ਼ਰਾਬ ਬਣਾਉਣ ਲਈ ਖਮੀਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕੰਮ ਲਈ ਬਾਜਰੇ, ਕਣਕ, ਚਾਵਲ ਜਾਂ ਫਲ ਦੇ ਜੂਸ ਵਿਚਲੀ ਖੰਡ ਦੀ ਖਮੀਰਨ ਕਿਰਿਆ ਕੀਤੀ ਜਾਂਦੀ ਹੈ। ਆਸ ਹੈ ਕਿ ਤੁਹਾਨੂੰ ਸਾਰੇ ਪ੍ਰਸ਼ਨਾਂ ਦੇ ਉੱਤਰ ਵੀ ਪਤਾ ਲੱਗ ਗਏ ਹੋਣਗੇ। ਤੁਸੀਂ ਹੁਣ ਕਰਨਾ ਕੀ ਹੈ ਕਿ ਇਹਨਾਂ ਪ੍ਰਸ਼ਨਾਂ ਦੇ ਉੱਤਰ ਚੰਗੀ ਤਰ੍ਹਾਂ ਯਾਦ ਕਰਨੇ ਹਨ ਅਤੇ ਜਦੋਂ ਵੀ ਟੈਸਟ ਹੋਵੇਗਾ ਆਪਣੇ ਅਧਿਆਪਕ ਸਾਹਿਬਾਨ ਨੂੰ ਇਹ ਟੈਸਟ ਦੇਣਾ ਹੈ ਤਾਂ ਕਿ ਤੁਹਾਨੂੰ ਆਪਣੀ ਕਾਰਜਗੁਜ਼ਾਰੀ ਦਾ ਵੀ ਪਤਾ ਲੱਗ ਸਕੇ।